हाँ जी डियर स्टूडेंट्स वेलकम। तो अज की वीडियो के विच असीं करन जा रहे हैं डिटरमिनर्स ਅਤੇ ਉਹਦੇ ਨਾਲ ਰਿਲੇਟਡ ਐਕਟੀਵਿਟੀ ਕਿਹੜੀ ਨੇ 7 8 9th ਐਂਡ 10th ਕਿਹੜੀ ਕਲਾਸ ਲਈ 7th ਕਲਾਸ ਲਈ ਜਿਹੜੀਆਂ ਕਿ ਲੈਸਨ ਨੰਬਰ ਤੁਹਾਡੇ 5 ਨੇ ਦ ਹੰਟਰ ਐਂਡ ਦ ਡੀਅਰ ਦੇ ਵਿੱਚ ਪੇਜ ਨੰਬਰ 51 ਤੇ ਤੁਹਾਡੀ ਬੁੱਕ ਤੇ। ਸੋ ਚਲੋ ਕਰਦੇ ਹਾਂ ਆਪਾਂ ਸ਼ੁਰੂ। ਤੁਸੀਂ ਆਪਣੀ ਬੁੱਕ ਲਾ ਲਓ। ਓਕੇ ਸੋ ਲਰਨਿੰਗ ਲੈਂਗੁਏਜ ਦੇ ਤਹਿਤ ਕਰਨ ਜਾ ਰਹੇ ਹਾਂ ਅੱਜ ਅਸੀਂ ਡਿਟਰਮੀਨਰਸ। ਸੋ ਫਸਟ ਕੀ ਹੈ, ਲੈਟਸ ਲੁੱਕ ਐਟ ਦ ਫੋਲੋਇੰਗ ਸੈਂਟੈਂਸਿਸ। ਸਾਨੂੰ ਕੁਝ ਸੈਂਟੈਂਸਿਸ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਨਾਲ ਵੇਖਣਾ ਅਤੇ ਫਿਰ ਉਹਨਾਂ 'ਚੋਂ ਡਿਟਰਮੀਨਰ ਫਾਈਂਡ ਵੀ ਕਰਨਾ ਹੈ। ਫਸਟ ਆ ਦ ਰੈਬਿਟ ਫਾਊਂਡ ਇਟਸ ਹੋਲ। ਆਈ ਏਟ ਦ ਵਨੀਲਾ ਕੇਕ ਇਨ ਦ ਈਵਨਿੰਗ। ਮੈਟਲ cans are recyclable. Fourth one, the metal cans are recyclable. The bold letters above are determiners. ਕਹਿੰਦੇ ਜਿਹੜੇ ਬੋਲਡ ਲੈਟਰ ਨੇ ਉਹ ਇੱਥੇ ਡਿਟਰਮੀਨਰ ਨੇ, ਪਰ ਇੱਥੇ ਬੋਲਡ ਲੈਟਰ ਕੋਈ ਨਹੀਂ ਹੈਗਾ। ਸੋ ਬੁੱਕ 'ਤੇ ਵੀ ਨਹੀਂ ਹੈਗਾ, ਮੈਂ ਉਹਨੂੰ ਅੰਡਰਲਾਈਨ ਕਰ ਦਿੰਦੀ ਹਾਂ ਅਤੇ ਫਿਰ ਤੁਹਾਨੂੰ ਪਤਾ ਲੱਗ ਜੂ ਕਿਹੜਾ ਹੈਗਾ। ਸੋ ਹੁਣ ਤੁਸੀਂ ਦੇਖੋ ਇਹਨਾਂ ਦੇ ਵਿੱਚ ਜਿਹੜੀ ਫਸਟ ਐਗਜ਼ਾਮਪਲ ਹੈ ਬੇਟਾ ਉਹਦੇ ਵਿੱਚ ਦਾਗ ਆ। ਇਨ ਫਸਟ ਐਗਜ਼ਾਮਪਲ ਇਟ ਕਮਸ ਡਾਇਰੈਕਟਲੀ ਬਿਫੋਰ ਦਾ ਨਾਊਨ। ਰੈਬਿਟ ਕੀ ਹੈ, ਇੱਕ ਨਾਊਨ ਆ, ਬਿਲਕੁਲ ਉਹਦੇ ਮੂਹਰੇ ਆ ਗਿਆ ਦਾ। ਠੀਕ। ਸੈਕਿੰਡ ਦੇ ਵਿੱਚ ਕੀ ਹੈ ਬੇਟਾ, ਦੇਖੋ ਸੈਕਿੰਡ ਐਗਜ਼ਾਮਪਲਸ ਇਟ ਕਮਸ ਬਿਫੋਰ ਦਾ ਐਡਜੈਕਟਿਵ। ਵਨੀਲਾ ਕੀ ਆ, ਆਈਸ ਕੇਕ ਦੀ ਇੱਕ ਕਿਸਮ ਹੈ ਨਾ, ਸੋ ਉਹਦੇ ਮੂਹਰੇ ਦਾ ਆ ਗਿਆ। ਇੱਥੇ ਕੀ ਹੋ ਗਿਆ, ਐਡਜੈਕਟਿਵ ਦੇ ਅੱਗੇ ਲੱਗ ਗਿਆ ਨਾਊਨ ਦੇ ਮੂਹਰੇ ਹੈ ਨਾ। ਸੋ ਫਿਰ ਅੱਗੇ ਦੇਖੋ ਥਰਡ ਦੇ ਵਿੱਚ ਕੋਈ ਡਿਟਰਮੀਨਰ ਨਹੀਂ ਹੈਗਾ। ਫੋਰਥ ਦੇ ਵਿੱਚ ਦਾ ਮੈਟਲਸ। ਫਿਰ ਫੋਰਥ ਦੇ ਵਿੱਚ ਫਿਰ ਕੀ ਹੋ ਗਿਆ, ਨਾਊਨ ਦੇ ਸਪੈਸੀਫਿਕ ਨਾਊਨ ਦੇ ਮੂਹਰੇ ਲੱਗਿਆ ਹੋਇਆ, ਖਾਸ ਮੈਟਲ ਦੀ ਗੱਲ ਹੋ ਰਹੀ ਆ। ਸੋ ਇੱਥੇ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿਹੜੇ ਕਿਹੜੇ ਨੇ ਡਿਟਰਮੀਨਰਸ ਹੈ ਨਾ। ਪਰ ਹੁਣ ਡਿਟਰਮੀਨਰ ਹੁੰਦੇ ਕੀ ਨੇ ਅੱਗੇ ਇਹ ਜਾਣਨ ਦੀ ਜ਼ਰੂਰਤ ਆ, ਅਤੇ ਕਿੰਨੀ ਟਾਈਪਸ ਦੇ ਹੁੰਦੇ ਨੇ। ਠੀਕ। ਸੋ ਅੱਜ ਹੁਣ ਆਪਾਂ ਉਹ ਦੇਖਦੇ ਹਾਂ। ਡੈਫੀਨੇਸ਼ਨ ਦੇਖ ਲਓ ਅਤੇ ਨੋਟ ਕਰ ਲਓ ਇਹਦੀ। ਅ ਵਰਡ ਪਲੇਸਡ ਬਿਫੋਰ ਅ ਨਾਊਨ, ਉਹ ਸ਼ਬਦ ਜਿਹੜਾ ਨਾਊਨ ਦੇ ਅੱਗੇ ਲੱਗਦਾ ਟੂ ਪ੍ਰੋਵਾਈਡ ਇਨਫੋਰਮੇਸ਼ਨ ਸੱਚ ਐਜ਼, ਨਾਊਨ ਦੇ ਬਾਰੇ ਕੋਈ ਹੋਰ ਇਨਫੋਰਮੇਸ਼ਨ ਦੇਣ ਲਈ, ਜਿਵੇਂ ਕੁਆਂਟਿਟੀ ਉਹਦੀ ਮਾਤਰਾ ਕਿੰਨੀ ਆ, ਓਨਰਸ਼ਿਪ ਉਹ ਕਿਹਦੀ ਚੀਜ਼ ਆ, ਐਂਡ ਸਪੈਸੀਫਿਸਿਟੀ ਉਹਦੇ ਬਾਰੇ ਕੋਈ ਖਾਸ ਗੱਲ ਹੋਰ ਦੱਸਣ ਜਾ ਰਿਹਾ ਹੈ ਨਾ। ਉਹ ਸ਼ਬਦ ਸਮਝ ਲੱਗ ਗਈ। ਤਾਂ ਫਿਰ ਉਹ ਕੀ ਹੁੰਦੇ ਨੇ, ਡਿਟਰਮੀਨਰਸ ਹੁੰਦੇ ਨੇ। ਠੀਕ। ਅੱਗੇ ਉਹਦੀਆਂ ਕਿਸਮਾਂ ਦੇਖ ਲੈਂਦੇ ਹਾਂ ਕਿਹੜੀ ਕਿਹੜੀ ਟਾਈਪ ਦੇ ਹੁੰਦੇ। ਆਰਟੀਕਲਸ ਹੁੰਦੇ ਨੇ ਬੇਟਾ ਇਹਦੇ ਵਿੱਚ, ਏ ਐਂਡ ਦਾ, ਜਿਹੜੇ ਤੁਸੀਂ 6th ਕਲਾਸ 'ਚ ਵੀ ਕੀਤੇ ਆ ਹੈ ਨਾ। ਉਸ ਤੋਂ ਬਾਅਦ ਆ ਗਿਆ ਪੋਸੈਸਿਵਸ, ਜਿਹੜੇ ਕਿਸੇ ਚੀਜ਼ 'ਤੇ ਅਧਿਕਾਰ ਦੱਸਦੇ ਨੇ, ਮਾਈ, ਆਵਰ, ਯੂਅਰਸ, ਹੀ, ਹਿਜ਼, ਹਰ, ਇਟਸ, ਹੂਜ਼। ਠੀਕ। ਉਸ ਤੋਂ ਬਾਅਦ ਡੈਮੋਸਟ੍ਰੇਟਿਵ ਹੁੰਦੇ ਨੇ, ਦਿਸ, ਦੈਟ, ਦੀਜ਼, ਦੋਜ਼, ਜਿਹੜੇ ਸਾਨੂੰ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਨਾ ਦੱਸਦੇ ਆ। ਉਸ ਤੋਂ ਬਾਅਦ ਨੰਬਰ ਵਾਲਾ ਆ ਗਏ, ਜਿਵੇਂ 1 2 3 4 ਜਾਂ ਫਸਟ ਸੈਕਿੰਡ ਥਰਡ, ਇਹ ਵੀ ਇਹਦੇ ਅੰਡਰ ਹੀ ਆ ਜਾਂਦਾ। ਉਸ ਤੋਂ ਬਾਅਦ ਆ ਗਿਆ ਕੁਆਂਟੀਟੀਫਾਇਰਸ, ਜਿਹੜੇ ਸਾਨੂੰ ਕੁਆਂਟਿਟੀ ਉਹਦੀ ਮਾਤਰਾ ਬਾਰੇ ਦੱਸਦੇ ਆ। ਅ ਫਿਊ, ਐਨਦਰ, ਸੈਬਰਲ, ਮਚ, ਮੈਨੀ, ਅ ਲੋਟ ਆਫ, ਐਨੀ, ਸਮ, ਵੈਰੀ। ਸੋ ਇਹ ਕੁਝ ਉਹਦੀਆਂ ਟਾਈਪਸ ਹੋ ਗਈਆਂ। ਪਰ ਹੁਣ ਤੁਹਾਡੀ ਬੁੱਕ 'ਤੇ ਸਿਰਫ 4 ਹੀ ਨੇ ਜਿਹੜੀਆਂ ਅਸੀਂ ਕਰਨ ਜਾ ਰਹੇ ਹਾਂ, ਉਹ ਹੀ ਵਾਲੀਆਂ ਨੇ। ਆਰਟੀਕਲਸ ਨੇ, ਡੈਮੋਸਟ੍ਰੇਟਿਵ ਨੇ, ਪੋਸੈਸਿਵਸ ਨੇ ਅਤੇ ਕੁਆਂਟੀਟੀਫਾਇਰਸ ਨੇ। ਠੀਕ ਹੈ। ਸੋ ਇਹ ਤੁਹਾਡੇ ਅੱਗੇ ਲਿਖੇ ਹੋਏ ਨੇ, ਇਹਦੀ ਐਗਜ਼ਾਮਪਲਸ ਵੀ ਦਿੱਤੀਆਂ ਹੋਈਆਂ ਨੇ ਹੈ ਨਾ। ਸੋ ਹੁਣ ਅੱਗੇ ਆਪਾਂ ਕਰਦੇ ਹਾਂ ਸ਼ੁਰੂ ਬੇਟਾ। ਪਹਿਲਾਂ ਕੀ ਆਉਣਗੇ, ਆਰਟੀਕਲਸ। ਸੋ ਦੇਖੋ ਹੁਣ ਤੁਹਾਡੀ ਬੁੱਕ 'ਤੇ ਆਰਟੀਕਲਸ ਬਾਰੇ ਕੀ ਲਿਖਿਆ ਹੋਇਆ ਬੇਟਾ। ਆਰਟੀਕਲਸ ਆਰ ਅਮੰਗ ਦਾ ਮੋਸਟ ਕਾਮਨ ਆਫ ਦਾ ਡਿਟਰਮੀਨਰਸ। ਡਿਟਰਮੀਨਰ ਦੇ ਵਿੱਚ ਸਾਰਿਆਂ ਨਾਲੋਂ ਮੇਨ ਕੀ ਨੇ, ਆਰਟੀਕਲਸ ਹੀ ਆ ਜਾਂਦੇ ਨੇ। ਐਜ਼ ਯੂ ਆਰ ਅਵੇਅਰ ਦੇਅਰ ਆਰ 3 ਸਿੰਗੂਲਰ ਆਰਟੀਕਲਸ। 3 ਤਰ੍ਹਾਂ ਦੇ ਸਿੰਗੂਲਰ ਆਰਟੀਕਲ ਨੇ, ਏ, ਐਨ, ਦਾ। ਠੀਕ ਹੈ। ਇਹਦੇ ਵਿੱਚ ਦਿੱਤੇ ਹੋਏ ਨੇ ਏ, ਐਨ, ਦਾ, ਤਿੰਨੇ ਤੁਸੀਂ ਪੜ੍ਹੇ ਨੇ। ਹੁਣ ਇਹ ਕਿੱਥੇ ਲੱਗਦੇ ਨੇ, ਹੁਣ ਇਹ ਸਾਨੂੰ ਜਾਣਨ ਦੀ ਲੋੜ ਆ। ਏ ਔਰ ਐਨ ਕੀ ਨੇ, ਇਨਡੈਫੀਨਿਟ ਆਰਟੀਕਲਸ ਨੇ ਬੇਟਾ। ਇਹ ਕਦੋਂ ਲੱਗਦੇ ਨੇ, ਜਦੋਂ ਅਸੀਂ ਗੱਲ ਕਰ ਰਹੇ ਹਾਂ ਜਨਰਲ ਵਰਜਨ ਦੀ, ਕਿਸੇ ਖਾਸ ਗੱਲ ਉਹਦੀ ਐਨੀਮਲ ਦੀ ਗੱਲ ਨਹੀਂ ਕਰ ਰਹੇ, ਉਹਦੀ ਸਾਰੀ ਜਾਤੀ ਨੂੰ ਰਿਪ੍ਰਜੈਂਟ ਕਰ ਰਹੇ ਹਾਂ। ਜਿੱਦਾਂ ਹੁਣ ਇੱਥੇ ਲਿਖਿਆ ਅ ਕੈਟ ਇਜ਼ ਅ ਕਿਊਟ ਐਨੀਮਲ, ਇੱਥੇ ਕਿਸੇ ਖਾਸ ਕੈਟ ਦੀ ਗੱਲ ਨਹੀਂ ਹੋ ਰਹੀ, ਸਾਰੀ ਕੈਟਸ ਦੀ ਗੱਲ ਹੋ ਰਹੀ ਆ। ਕੈਟ ਇਜ਼ ਅ ਕਿਊਟ ਐਨੀਮਲ। ਐਨ ਈਗਲ ਕੈਨ ਸੀ ਦਾ ਗਰਾਊਂਡ ਫਰੋਮ ਦਾ ਸਕਾਈ। ਸੋ ਕੋਈ ਵੀ ਈਗਲ ਹੋ ਸਕਦੀ ਹੈ। ਠੀਕ। ਹੁਣ ਇੱਥੇ ਵੀ ਇਹੀ ਗੱਲ ਇਹਨੂੰ ਐਕਸਪਲੇਨ ਕੀਤੀ ਹੋਈ ਹੈ ਇਨ ਦੀਜ਼ ਐਗਜ਼ਾਮਪਲਸ।
द सेंटेंस इज टॉकिंग अबाउट द कैट्स एंड ईगल्स इन जनरल ਦੇ ਵਿੱਚ ਹੀ ਗੱਲ ਕਰ ਰਹੇ ਹੈ ਐਨੀ ਕੈਟ ਔਰ ਐਨੀ ਈਗਲ ਵਨ ਦ ਮੀਨਿੰਗ ਇਜ਼ ਨॉट ਫॉर ਐਨੀ ਵਨ ਕਿਸੇ ਖਾਸ ਲਈ ਨਹੀਂ ਗੱਲ ਹੋ ਰਹੀ ਐਨੀਥਿੰਗ ਸਪੈਸ਼ਲ ਨਹੀਂ ਗੱਲ ਹੋ ਰਹੀ ਵੀ ਮਸਟ ਯੂਜ਼ ਐਨ ਇਨਡੈਫੀਨੇਟ ਆਰਟੀਕਲ ਜਿਹੜੇ ਨੇ ਏ ਔਰ ਐਨ ਠੀਕ ਹੈ ਏ ਔਰ ਐਨ ਕਿੱਥੇ ਲੱਗਦੇ ਨੇ ਇਹ ਵੀ ਤੁਹਾਨੂੰ ਪਤਾ ਜਿੱਥੇ ਕੌਨਸੋਨੈਂਟ ਸਾਊਂਡ ਆਉਂਦੀ ਆ ਉੱਥੇ ਕੀ ਲੱਗਦਾ ਏ ਲੱਗਦਾ ਜਿੱਥੇ ਬਾਊਲ ਸਾਊਂਡ ਆਉਂਦੀ ਆ ਉੱਥੇ ਲੱਗਦਾ ਐਨ ਬੇਟਾ ਹੁਣ ਸਾਨੂੰ ਪਤਾ ਇੰਗਲਿਸ਼ ਦੇ ਜਿਹੜੇ ਅਲਫਾਬੈਟਸ ਨੇ ਕਿੰਨੇ ਨੇ 26 ਅਲਫਾਬੈਟਸ ਨੇ ਜਿਹਦੇ ਵਿੱਚੋਂ ਆ 5 ਬਾਊਲ ਨੇ ਬੇਟਾ ਏ ਈ ਆਈ ਓ ਯੂ ਇਹ 5 ਘਟਾ ਦਈਏ ਤਾਂ 21 ਰਹਿ ਗਏ 21 ਕੌਨਸੋਨੈਂਟ ਨੇ ਬੇਟਾ ਜਿੱਥੇ ਵੀ ਕੌਨਸੋਨੈਂਟ ਦੀ ਆਵਾਜ਼ ਆਊਗੀ ਠੀਕ ਹੈ ਉੱਥੇ ਅਸੀਂ ਏ ਲਗਾਉਣਾ ਜਿੱਥੇ ਬਾਊਲ ਦੀ ਸਾਊਂਡ ਆਊਗੀ ਉੱਥੇ ਅਸੀਂ ਐਨ ਲਗਾਉਣਾ ਠੀਕ ਹੈ ਲਓ ਜੀ ਹੁਣ ਅੱਗੇ ਦੇਖੋ ਉਹਨਾਂ ਨੇ ਐਗਜ਼ਾਮਪਲ ਦੇ ਕੇ ਸਮਝਾਇਆ ਹੋਇਆ ਕੌਨਸੋਨੈਂਟ ਸਾਊਂਡ ਦਿੱਤੀ ਹੋਈ ਆ ਖੈਟ ਇੱਥੇ ਸੀ ਆ ਜਿਹੜੀ ਕਿਹਦੀ ਕ ਦੀ ਆਵਾਜ਼ ਦੇ ਰਹੀ ਆ ਕ ਕੀ ਆ ਕੌਨਸੋਨੈਂਟ ਆ ਫੈਨ ਆ ਯੂਰੋਪੀਅਨ ਇੱਥੇ ਈ ਲੱਗੀ ਆ ਬਟ ਈ ਦੀ ਸਾਊਂਡ ਨਹੀਂ ਆ ਰਹੀ ਸੋ ਇਸ ਲਈ ਉਹਦੇ ਮੂਹਰੇ ਏ ਲੱਗਿਆ ਇਹ ਕਨਫਿਊਜ਼ਿੰਗ ਆ ਇਹਨੂੰ ਹੁਣ ਯਾਦ ਕਰ ਲੈਣਾ ਓਕੇ ਅ ਕਾਓ ਅ ਹੈਨ ਉਸ ਤੋਂ ਬਾਅਦ ਬਾਊਲ ਸਾਊਂਡ ਦਿੱਤੀ ਵੀ ਆ ਐਨ ਐਪਲ ਇਹ ਲੱਗਿਆ ਹੋਇਆ ਐ ਦੀ ਆਵਾਜ਼ ਦੇ ਰਿਹਾ ਔਨੈਸਟ ਇੱਥੇ ਐਚ ਆ ਜਿਹੜੀ ਬੇਟਾ ਸਾਈਲੈਂਟ ਆ ਐਚ ਦੀ ਆਵਾਜ਼ ਨਹੀਂ ਆਵਾਜ਼ ਓ ਦੀ ਆ ਰਹੀ ਹੈ ਇਸ ਲਈ ਐਨ ਲੱਗਿਆ ਇਸੇ ਤਰੀਕੇ ਨਾਲ ਆਰਚ ਆ ਐਚ ਹੈਗੀ ਆ ਪਰ ਐਚ ਦੀ ਸਾਊਂਡ ਨਹੀਂ ਆਉਂਦੀ ਇਸ ਲਈ ਓ ਦੀ ਸਾਊਂਡ ਆਉਂਦੀ ਆ ਐਨ ਲੱਗਦਾ ਅੰਬਰੇਲਾ 'ਚ ਯੂ ਦੀ ਆਵਾਜ਼ ਆਉਂਦੀ ਆ ਸੋ ਫਿਰ ਯੂ ਕਰਕੇ ਕੀ ਲੱਗਦਾ ਐਨ ਐਗ ਦੇ ਵਿੱਚ ਈ ਦੀ ਆਵਾਜ਼ ਆਉਂਦੀ ਆ ਸੋ ਐਨ ਲੱਗਦਾ ਕਲੀਅਰ ਹੋ ਗਿਆ ਹੁਣ ਅੱਗੇ ਐਨ ਔਨ ਦਾ ਅਦਰ ਹੈਂਡ ਦਾ ਇਜ਼ ਅ ਡੈਫੀਨੇਟ ਆਰਟੀਕਲ ਦਾ ਕਿਹੜਾ ਆਰਟੀਕਲ ਆ ਡੈਫੀਨੇਟ ਆਰਟੀਕਲ ਹੈ ਬੇਟਾ ਜਿੱਥੇ ਕਿਸੇ ਖਾਸ ਦੀ ਗੱਲ ਹੋਊ ਉੱਥੇ ਅਸੀਂ ਦਾ ਲਾਵਾਂਗੇ ਇਟ ਮੀਨਸ ਦੈਟ ਦ ਸਪੀਕਰ ਇਜ਼ ਟਾਕਿੰਗ ਅਬਾਊਟ ਅ ਸਪੈਸੀਫਿਕ ਨਾਊਨ ਜਦੋਂ ਜਿਹੜਾ ਬੋਲਣ ਵਾਲਾ ਕਿਸੇ ਖਾਸ ਦੀ ਗੱਲ ਕਰ ਰਿਹਾ ਜਿੱਦਾਂ ਲਿਖਿਆ ਹੀ ਵੈਂਟ ਟੂ ਦ ਬੈਸਟ ਰੈਸਟੋਰੈਂਟ ਇਨ ਦ ਸਿਟੀ ਉਹ ਸਿਟੀ ਦੇ ਸਾਰਿਆਂ ਨੂੰ ਬੈਸਟ ਰੈਸਟੋਰੈਂਟ ਦੀ ਗੱਲ ਕਰ ਰਿਹਾ ਇਸ ਲਈ ਦਾ ਲੱਗਿਆ ਦ ਕਿਟਨ ਇਜ਼ ਮੂਵਿੰਗ ਟੂ ਲਾਊਡਲੀ ਹੁਣ ਉਹ ਖਾਸ ਕਿਟਨ ਦੀ ਜਿਹੜਾ ਬਹੁਤ ਉੱਚੀ ਉੱਚੀ ਰੌਲਾ ਪਾ ਰਿਹਾ ਉਹਦੀ ਗੱਲ ਕਰ ਰਹੇ ਨੇ ਸੋ ਇੱਥੇ ਤਾਂ ਕਰਕੇ ਦਾ ਲੱਗਿਆ ਹੈ ਬੇਟਾ ਠੀਕ ਹੈ ਚਲੋ ਜੀ ਹੁਣ ਅੱਗੇ ਆ ਗਈ ਆਪਣੀ ਐਕਟੀਵਿਟੀ ਨੰਬਰ 7 ਬੇਟਾ ਚਲੋ ਹੁਣ ਆਪਾਂ ਐਕਟੀਵਿਟੀ 7 ਕਰਦੇ ਹਾਂ ਇੱਥੇ ਤੁਹਾਨੂੰ ਤਿੰਨੋਂ ਆਪਸ਼ਨਸ ਦਿੱਤੀਆਂ ਹੋਈਆਂ ਨੇ ਤਿੰਨੋਂ ਆਰਟੀਕਲਸ ਦਿੱਤੇ ਹੋਏ ਨੇ ਤੁਸੀਂ ਦੇਖਣਾ ਪੜ੍ਹ ਕੇ ਕਿਹੜਾ ਆਰਟੀਕਲ ਲੱਗਣਾ ਅਤੇ ਉਹਦੇ 'ਤੇ ਲਗਾ ਦੇਣਾ ਤੁਸੀਂ ਠੀਕ ਆ ਸੋ ਆਪਾਂ ਲੈ ਲਈਏ ਪੈਨ ਠੀਕ ਹੈ ਸੋ ਦੇਖੋ ਆਈ ਹੈਵ ਗੁੱਡ ਆਈਡੀਆ ਸੋ ਗੁੱਡ ਕੀ ਆ ਦੇਖੋ ਗੁੱਡ ਜੀ ਕੀ ਆ ਕੌਨਸੋਨੈਂਟ ਆ ਸੋ ਏ ਲੱਗੂਗਾ ਓਕੇ ਦੈਟ ਇਜ਼ ਇੰਟਰਸਟਿੰਗ ਆਈ ਲੱਗੀ ਵੀ ਆ ਆਈ ਦੀ ਵੀ ਸਾਊਂਡ ਆ ਰਹੀ ਆ ਐਨ ਲੱਗੂਗਾ ਇਹਦੇ 'ਚ ਐਨ ਇੰਟਰਸਟਿੰਗ ਸਟੋਰੀ ਆਈ ਹੈਵ ਕੈਪਟ ਦਾ ਬੈਗ ਇਨ ਕੱਪਬੋਰਡ ਹੁਣ ਇੱਥੇ ਕਿਸੇ ਵੀ ਕੱਪਬੋਰਡ 'ਚ ਤਾਂ ਰੱਖੂਗਾ ਨਹੀਂ ਆਪਦੀ ਕੱਪਬੋਰਡ 'ਚ ਹੀ ਰੱਖੂ ਇਸ ਲਈ ਖਾਸ ਆ ਤਾਂ ਦਾ ਲੱਗੂਗਾ ਇੱਥੇ ਠੀਕ ਆ ਜਾਂ ਦੀ ਕਹਿ ਦਿੰਦੇ ਹੋ ਤੁਸੀਂ ਸੋ ਹੋ ਗਏ 3 ਚਲੋ ਜੀ ਚੌਥਾ ਡੂ ਸ਼ਰਮਾਸ ਹੈਵ ਬਲੂ ਕਾਰ ਬਲੂ ਬੀ ਆ ਕੌਨਸੋਨੈਂਟ ਆ ਸੋ ਕੀ ਲੱਗਣਾ ਇੱਥੇ ਏ ਸੋ ਤੁਸੀਂ ਇੱਥੇ ਲਾਓਗੇ ਬੇਟਾ ਏ ਫਸਟ ਵਨ ਓਕੇ ਨੈਕਸਟ ਦ ਵਾਟਰ ਇਜ਼ ਰਿਵਰ ਵਾਟਰ ਇਨ ਡੈਸ਼ ਇਜ਼ ਰਿਵਰ ਇਜ਼ ਡਰਟੀ ਕੀ ਆਉਗਾ ਏ ਆਉਣਾ ਐਨ ਆਉਣਾ ਜਾਂ ਦਾ ਆਉਣਾ ਹੁਣ ਰਿਵਰ ਆ ਕਿਸੇ ਸਾਰੀਆਂ ਰਿਵਰ ਦਾ ਪਾਣੀ ਥੋੜ੍ਹੀ ਗੰਦਾ ਹੁੰਦਾ ਕਿਸੇ ਖਾਸ ਰਿਵਰ ਦੀ ਗੱਲ ਹੋ ਰਹੀ ਹੈ ਕਿ ਪਾਣੀ ਡਰਟੀ ਹੈ ਸੋ ਦਾ ਆਊਗਾ ਬੇਟਾ ਇਹਦੇ 'ਚ ਵੀ ਤੁਸੀਂ ਲਗਾਓਗੇ ਦਾ ਹੀ ਹੈਡ ਏ ਐਨ ਦਾ ਪੀਸ ਆਫ ਚਾਕਲੇਟ ਹੁਣ ਇੱਥੇ ਪੀਸ ਆਫ ਚਾਕਲੇਟ ਦੀ ਗੱਲ ਹੋ ਰਹੀ ਆ ਹੁਣ ਤੁਹਾਡੇ ਅਕੋਰਡਿੰਗ ਕੀ ਲੱਗੂਗਾ ਦੇਖੋ ਪੀਸ ਪੀ ਦੀ ਆਵਾਜ਼ ਆ ਸੋ ਫਿਰ ਕੀ ਆ ਕੌਨਸੋਨੈਂਟ ਆ ਲੱਗੂਗਾ ਏ ਬੇਟਾ ਓਕੇ ਚਲੋ 7th ਆਈ ਲਾਈਕ ਟੂ ਈਟ ਹੁਣ ਐਗ ਆ ਦੇਖੋ ਐਗ 'ਚ ਆਪਾਂ ਉੱਥੇ ਪੜ੍ਹਿਆ ਸੀ ਕੀ ਲੱਗਦਾ ਐਨ ਸੋ ਫਿਰ ਆਪਾਂ ਸੈਕਿੰਡ ਵਨ ਐਨ ਲਾਵਾਂਗੇ ਅੱਗੇ ਜੀ ਆ ਜਾਓ 8th ਸ਼ੀ ਹੈਜ਼ ਏ ਐਨ ਦਾ ਗੁੱਡ ਹੈਬਿਟ ਗੁੱਡ ਵਾਲਾ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਨਾ ਸੋ ਫਿਰ ਕੀ ਆਉਣਾ ਏ ਲੱਗਣੀ ਆ ਲਓ ਜੀ ਹੋ ਗਿਆ ਅੱਗੇ ਦੇਖੋ 9th ਰਾਘਵ ਲਾਈਕਸ ਟੂ ਵਾਕ ਇਨ ਰੇਨ ਹੁਣ ਕੀ ਆਉਣਾ ਇਨ ਅ ਰੇਨ ਆਉਣਾ ਦਾ ਰੇਨ ਆਉਣਾ ਕੀ ਆਊਗਾ ਤੁਹਾਡੇ ਅਕੋਰਡਿੰਗ ਦੇਖੋ ਲਾਈਕਸ ਰੇਨ ਦਾ ਰੇਨ ਉਹਨੂੰ ਮੀਂਹ ਵਿੱਚ ਨਹਾਉਣਾ ਪਸੰਦ ਹੈ ਠੀਕ ਸੋ ਇੱਥੇ ਲੱਗ ਗਿਆ ਦਾ ਰਾਧਾ ਪਲੇਜ਼
ਐਂਡ ਦਾ ਗੇਮ ਆਫ ਦਾ ਚੈਸ ਐਵਰੀ ਡੇ। ਉਹ ਗੇਮ ਖੇਡਦੀ, ਉਹ ਵੀ ਰਾਹ ਦਾ ਚੈਸ ਖਾਸ ਗੇਮ ਆ ਹੈ ਨਾ, ਉਹਦੀ ਗੱਲ ਹੋ ਰਹੀ ਆ। ਸੋ ਇੱਥੇ ਵੀ ਲੱਗੂਗਾ ਦਾ, ਠੀਕ, ਇਹਦੇ 'ਚ ਵੀ ਦਾ ਹੋ ਗਿਆ। ਲਓ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ। ਡੈਮੋਸਟ੍ਰੇਟਿਵ ਕਿਹੜੇ ਆ ਗਏ, ਪ੍ਰੋਨਾਊਨਸ ਆ ਗਏ ਹੁਣ। ਡੈਮੋਸਟ੍ਰੇਟਿਵ ਆਰਟੀਕਲਸ ਸੌਰੀ। ਸੋ ਆਰ ਯੂਜ਼ਡ ਐਜ਼ ਡਿਟਰਮੀਨਰਸ ਇਨ ਇੰਗਲਿਸ਼। ਦਿਸ ਦੈਟ ਦੀਜ਼ ਦੋਜ਼, ਠੀਕ ਹੈ, ਇਹ ਨੇ ਜਦੋਂ ਸਪੀਕਰ ਕਿਸੇ ਚੀਜ਼ ਜਾਂ ਵੱਲ ਜਾਂ ਕਿਸੇ ਵੀ ਆਈਟਮ ਵੱਲ ਪੁਆਇੰਟ ਆਊਟ ਕਰਕੇ ਗੱਲ ਕਰਦਾ ਹੈਗਾ। ਸੋ ਹੁਣ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਆ ਕਿ ਜਿਹੜੇ ਦਿਸ ਔਰ ਦੈਟ ਨੇ ਇਹ ਸਿੰਗੂਲਰ ਨੇ, ਇੱਕ ਚੀਜ਼ ਲਈ ਵਰਤੇ ਜਾਣਗੇ। ਦੀਜ਼ ਔਰ ਦੋਜ਼ ਨੇ ਬਹੁਤੀਆਂ ਚੀਜ਼ਾਂ ਲਈ ਵਰਤੇ ਜਾਣਗੇ, ਪਹਿਲੀ ਗੱਲ ਇਹਦੇ ਵਿੱਚ। ਦੂਜੀ ਗੱਲ ਇਹਦੇ ਵਿੱਚ ਜਦੋਂ ਦਿਸ ਆ ਇੱਕ ਚੀਜ਼ ਆ ਨੇੜੇ ਪਈ ਆ, ਅਸੀਂ ਉਹਨੂੰ ਛੂਹ ਸਕਦੇ ਹਾਂ, ਉਹਦੇ ਲਈ ਵਰਤੇ ਜਾਊ। ਬਹੁਤੀਆਂ ਚੀਜ਼ਾਂ ਨੇ ਨੇੜੇ ਪਈਆਂ ਨੇ, ਉਹਦੇ ਲਈ ਵਰਤਾਂਗੇ ਦੀਜ਼। ਇੱਕ ਚੀਜ਼ ਆ ਦੂਰ ਆ, ਫਿਰ ਵਰਤਾਂਗੇ ਦੈਟ। ਬਹੁਤੀਆਂ ਚੀਜ਼ਾਂ ਨੇ ਦੂਰ ਨੇ, ਫਿਰ ਵਰਤਾਂਗੇ ਅਸੀਂ ਦੋਜ਼। ਸੋ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਗਾ। ਸੋ ਹੁਣ ਇੱਥੇ ਆਪਣੇ ਕੋਲ ਦੇਖੋ ਕਿਹੜੀਆਂ ਐਗਜ਼ਾਮਪਲਸ ਨੇ। ਡੂ ਯੂ ਵਾਂਟ ਦਿਸ ਪੀਸ ਆਫ ਕੇਕ, ਦਿਸ ਪੀਸ ਆਫ ਕੇਕ, ਕੇਕ ਤੁਹਾਡੇ ਹੱਥ 'ਚ ਹੀ ਫੜਿਆ ਹੋਊ ਨਾ। ਆਈ ਡੋਂਟ ਵਾਂਟ ਟੂ ਵਾਚ ਦੈਟ ਮੂਵੀ, ਉਹ ਮੂਵੀ ਕਿਸੇ ਹੋਰ ਮੂਵੀ ਦੀ ਗੱਲ ਹੋ ਰਹੀ ਆ ਕਿ ਉਹਨੂੰ ਮੈਂ ਦੇਖਣਾ ਪਸੰਦ ਨਹੀਂ ਕਰਦਾ। ਦੀਜ਼ ਬਲੈਕ ਗ੍ਰੇਪਸ ਆਰ ਸ਼ੋ, ਹੁਣ ਦੀਜ਼ ਕਿਉਂ ਲਾਇਆ, ਗ੍ਰੇਪਸ ਬਹੁਤੇ ਨੇ, ਇੱਕ ਤਾਂ ਇੱਕ ਕੋਲੇ ਨੇ ਹੱਥ 'ਚ ਫੜੇ ਹੋਏ ਨੇ, ਤਾਂ ਹੀ ਕਹਾਂਗੇ ਇਹ ਖੱਟੇ ਨੇ ਹੈ ਨਾ। ਹੀ ਵਾਂਟਡ ਟੂ ਹਾਇਰ ਦੋਜ਼ ਬੋਆਇਜ਼ ਫॉर ਦਾ ਜੋਬ। ਦੋਜ਼ ਬੋਆਇਜ਼, ਹੁਣ ਕਿਹੜੇ ਬੋਆਇਜ਼ ਦੂਰ ਨੇ, ਕੋਈ ਕੋਲੇ ਨਹੀਂ ਹੈਗੇ, ਸੋ ਇਸ ਲਈ ਦੋਜ਼ ਲਗਾਇਆ, ਠੀਕ ਹੈ। ਸੋ ਹੁਣ ਆ ਜਾਓ ਐਕਟੀਵਿਟੀ ਨੰਬਰ 8 ਵੱਲ। ਲੈਟਸ ਹੈਲਪ ਰਿਚਰਡ ਡਿਸਕ੍ਰਾਈਬ ਹਿਸ ਆਫਿਸ। ਹੁਣ ਰਿਚਰਡ ਦਾ ਆਫਿਸ ਤੁਸੀਂ ਪਿਕਚਰ ਦੇਖ ਰਹੇ ਹੋ, ਠੀਕ ਹੈ, ਇਹਨੂੰ ਆਪਾਂ ਡਿਸਕ੍ਰਾਈਬ ਕਰਨਾ, ਉਹਦੀ ਹੈਲਪ ਕਰਨੀ ਆ। ਆ ਜਾਓ ਜੀ, ਦੇਖੋ ਐਕਟੀਵਿਟੀ 'ਚ ਪਹਿਲਾਂ ਦੇਖੋ ਕੀ ਆ ਗਿਆ। ਰਾਈਟ ਦਿਸ ਔਰ ਦੀਜ਼ ਫॉर ਥਿੰਗਸ ਦੈਟ ਆਰ ਨੀਅਰ। ਦਿਸ ਦੇਖੋ ਇੱਕ ਚੀਜ਼ ਆ ਤਾਂ ਨੇੜੇ ਦੀ ਲਈ ਯੂਜ਼ ਕਰਨਾ। ਦੀਜ਼ ਜੇ ਬਹੁਤੀਆਂ ਚੀਜ਼ਾਂ ਨੇ ਉਹਨਾਂ ਲਈ ਯੂਜ਼ ਕਰਨਾ। ਦੈਟ ਐਂਡ ਦੋਜ਼ ਫॉर ਨੋਟ ਨੀਅਰ ਹਿਮ, ਜਿਹੜੀਆਂ ਨੇੜੇ ਨਹੀਂ ਹੈਗੀਆਂ। ਵਨ ਹੈਜ਼ ਡਨ ਫॉर ਯੂ। ਦਿਸ ਲੈਪਟਾਪ ਇਜ਼ ਨਿਊ, ਇਹ ਲੈਪਟਾਪ ਆ ਜਿਹੜਾ ਨਿਊ ਆ, ਲੈਪਟਾਪ ਉਹਦੇ ਹੱਥ ਵਿੱਚ ਫੜਿਆ ਹੋਇਆ ਨਾ, ਸੋ ਗੁੱਡ। ਹੁਣ ਵੁਡਨ ਕੈਬਨਿਟ ਇਜ਼ ਫॉर ਹਿਸ ਪੇਪਰ। ਵੁਡਨ ਕੈਬਨਿਟ ਕਿੱਥੇ ਆ ਉਹਦੀ, ਦੇਖੋ ਭਾਈ ਉਹਦੇ ਪੇਪਰਸ ਲਈ ਆ। ਦੈਟ ਕੋਲੇ ਤਾਂ ਨਹੀਂ ਹੈਗੀ ਵੁਡਨ ਕੈਬਨਿਟ, ਪਿੱਛੇ ਆ ਉਹਦੇ, ਸੋ ਇੱਥੇ ਕੀ ਆਊਗਾ, ਦੈਟ ਆਊਗਾ ਬੇਟਾ। ਨੈਕਸਟ ਬੁੱਕਸ ਦੀ ਗੱਲ ਹੋ ਰਹੀ ਆ, ਬੁੱਕਸ ਪਈਆਂ ਨੇ, ਬੁੱਕਸ ਆਰ ਅਬਾਊਟ ਬਿਜ਼ਨਸ। ਦੋਜ਼ ਬੁੱਕਸ, ਉਹ ਵੀ ਦੂਰ ਨੇ ਨਾ, ਸੋ ਦੋਜ਼ ਆਊਗਾ ਉੱਥੇ ਵੀ। ਅੱਗੇ ਆ ਗਿਆ ਕੰਪਿਊਟਰ ਇਜ਼ ਆਲਸੋ ਨਿਊ, ਇੱਕ ਉਹ ਪਿੱਛੇ ਕੰਪਿਊਟਰ ਪਿਆ ਗਾ ਉਹਦੇ ਦਿਖ ਰਿਹਾ ਪਿਕਚਰ ਦੇ, ਸੋ ਉਹ ਵੀ ਕੀ ਆ ਦੂਰ ਆ, ਤਾਂ ਫਿਰ ਕੀ ਆਊਗਾ, ਦੈਟ ਆ ਜਾਊਗਾ। ਜੇ ਨੇੜੇ ਵਾਲੇ ਕੰਪਿਊਟਰ ਦੀ ਗੱਲ ਹੋ ਰਹੀ ਆ, ਉਹ ਛੂਹ ਸਕਦਾ ਦੇਖੋ ਹੱਥ ਲਾ ਕੇ, ਤਾਂ ਫਿਰ ਅਸੀਂ ਦਿਸ ਵੀ ਲਗਾ ਸਕਦੇ ਹਾਂ। ਅੱਗੇ ਆ ਗਿਆ ਡਸਟਬਿਨ ਇਜ਼ ਵੈਰੀ ਗੁੱਡ। ਹੁਣ ਡਸਟਬਿਨ ਦੀ ਗੱਲ ਹੋ ਰਹੀ ਹੈ, ਡਸਟਬਿਨ ਉਹ ਪਿੱਛੇ ਪਿਆ ਗਾ ਅਲਮੀਰਾ ਦੇ ਥੱਲੇ, ਤੁਸੀਂ ਬੁੱਕ ਖੋਲ੍ਹੀ ਵੀ ਅਗਰ ਦੇਖੋਗੇ, ਸੋ ਫਿਰ ਕੀ ਆ ਗਿਆ, ਦੈਟ ਡਸਟਬਿਨ ਹੈ ਨਾ। ਸੋ ਅੱਗੇ ਆ ਗਿਆ 6th ਵਨ 'ਚ ਕਰਟਨਸ ਦੀ ਗੱਲ ਹੋਈ। ਕਰਟਨਸ ਆਰ ਵੈਰੀ ਓਲਡ, ਠੀਕ ਆ। ਕਰਟਨਸ ਕੀ ਨੇ, ਬਹੁਤੇ ਨੇ, ਇਸ ਲਈ ਤਾਂ ਦੀਜ਼ ਜਾਂ ਦੋ 'ਚ ਲੱਗੂਗਾ। ਸੋ ਹੁਣ ਕੀ ਨੇ, ਉਹਦੇ ਕੋਲੇ ਨੇ ਕਰਟਨਸ ਬਿਲਕੁਲ ਵਿੰਡੋ ਦੇ, ਤਾਂ ਫਿਰ ਦੀਜ਼ ਲਾ ਸਕਦੇ ਹੋ। ਅਗਰ ਦੂਰ ਵਾਲੀ ਵਿੰਡੋ ਦੀ ਗੱਲ ਕਰਦੇ ਹੋ ਤਾਂ ਦੋਜ਼ ਲਾ ਸਕਦੇ ਹੋ, ਠੀਕ ਹੈ। ਸੋ ਅੱਗੇ ਆ ਗਿਆ ਪਲਾਂਟ ਇਜ਼ ਬਿਊਟੀਫੁਲ। ਹੁਣ ਪਲਾਂਟ ਦੀ ਗੱਲ ਹੋ ਰਹੀ ਆ, ਦੈਟ ਪਲਾਂਟ ਆਊਗਾ ਕਿਉਂਕਿ ਪਲਾਂਟ ਵਿੰਡੋ 'ਚੋਂ ਤੋਂ ਦੂਰ ਪਿਆ ਗਾ, ਠੀਕ। ਅੱਗੇ ਆ ਗਿਆ ਵੁਡਨ ਹਾਰਸਿਸ ਆਰ ਨਾਈਸ। ਹੁਣ ਵੁਡਨ ਹਾਰਸਿਸ ਦੀ ਗੱਲ ਹੋ ਰਹੀ ਆ, ਦੇਖੋ ਜਰਾ ਕਿੱਥੇ ਪੈ ਦਿਖਦੇ ਨੇ ਤੁਹਾਨੂੰ, ਠੀਕ, ਨੇੜੇ ਤੇੜੇ ਤੋਂ ਕਿਤੇ ਦਿਖ ਨਹੀਂ ਰਹੇ, ਸੋ ਫਿਰ ਤੁਸੀਂ ਕੀ ਲਾ ਦੋਗੇ, ਦੋਜ਼। ਕੇਜ ਡਜ਼ ਨਾਟ ਹੈਵ ਅ ਰੀਅਲ ਵਰਡ। ਹੁਣ ਕੇਜ ਵੀ ਜਿਹੜਾ ਪਿੰਜਰਾ ਉਹ ਵੀ ਉਹ ਤੋਂ ਦੂਰ ਆ, ਸੋ ਇਸ ਲਈ ਕੀ ਲਾਇਆ, ਦੈਟ। ਉਸ ਤੋਂ ਅੱਗੇ ਆ ਗਿਆ ਡਰਾਰਸ ਨੀਡ ਰਿਪੇਅਰ। ਡਰਾਰਸ ਦੀ ਗੱਲ ਹੋ ਰਹੀ ਆ, ਡਰਾਰ ਕੀ ਨੇ, ਦਰਾਜ਼ ਨੇ, ਸੋ ਦਰਾਜ਼ ਜਿੱਥੇ ਉਹ ਬੈਠਾ ਉੱਥੇ ਹੀ ਪਾਏ ਹੋਏ ਨੇ ਉਹਦੇ ਮੂਹਰੇ ਹੈ ਨਾ, ਸੋ ਫਿਰ ਕੀ ਆ ਗਿਆ, ਦੀਜ਼ ਡਰਾਰਸ ਨੀਡ ਰਿਪੇਅਰ। ਹੁਣ ਇਹ ਮੈਂ ਤੁਹਾਨੂੰ ਸਮਝਾ ਤੇ ਲਓ ਜੀ। ਹੁਣ ਤੁਸੀਂ ਆਨਸਰਸ ਜਿਹੜੇ ਮੈਂ ਬੋਲੇ ਨੇ ਦੇਖੋ ਇੱਥੇ ਲਿਖੇ ਹੋਏ ਨੇ, ਇਹਨਾਂ ਨੂੰ ਤੁਸੀਂ ਨੋਟ ਕਰ ਲਓ ਬੇਟਾ। ਇੱਥੇ ਵੀਡੀਓ ਪੌਜ਼ ਕਰ ਲੈਣੀ ਆ ਅਤੇ ਕਰ ਲੈਣੇ ਨੇ ਇਹ ਸਾਰੇ ਨੋਟ ਡਾਊਨ ਬੇਟਾ, ਓਕੇ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅਗਲੀ ਐਕਟੀਵਿਟੀ ਵੱਲ ਨੂੰ, ਉਹ ਹੈਗੀ ਕੁਆਂਟੀਫਾਇਰ ਦੇ ਨਾਲ ਰਿਲੇਟਡ। ਸੋ ਇਹ ਡਿਪਾਰਟਮੈਂਟ ਵੱਲੋਂ ਤੁਹਾਨੂੰ ਸਲਾਈਡ ਆਈ ਹੈ, ਆਪਾਂ ਤੁਹਾਨੂੰ ਸਮਝਾ ਦਈਏ ਅਤੇ ਫਿਰ ਆਪਾਂ ਕਰਦੇ ਹਾਂ ਇਹਦੇ ਨਾਲ ਰਿਲੇਟਡ ਐਕਟੀਵਿਟੀ ਨੰਬਰ 9। ਡੀਅਰ ਸਟੂਡੈਂਟਸ, ਕੁਆਂਟੀਫਾਇਰਸ ਆਰ ਆਲਸੋ ਅ ਪਾਰਟ ਆਫ ਡਿਟਰਮੀਨਰਸ। ਜਿਹੜੇ ਕੁਆਂਟੀਫਾਇਰਸ ਨੇ ਉਹ ਵੀ ਕੀ ਨੇ, ਡਿਟਰਮੀਨਰ ਦਾ ਹੀ ਇੱਕ ਹਿੱਸਾ ਨੇ। ਕੁਆਂਟੀਫਾਇਰਸ ਪੁਆਇੰਟ ਟੂ ਹਾਊ ਮੱਚ ਔਰ ਹਾਊ ਲਿਟਲ ਆਫ ਦਾ ਨਾਊਨ ਇਜ਼ ਬੀਂਗ ਟਾਕਡ ਅਬਾਊਟ। ਇਹ ਸਾਨੂੰ ਜਿਹੜੇ ਨਾਊਨ ਦੇ ਬਾਰੇ ਗੱਲ ਹੋ ਰਹੀ ਹੈ ਉਹ ਦੱਸਦੇ ਨੇ ਉਹ ਕਿੰਨਾ ਕੁ ਹੈ।
ਬਰਡਸ ਕਿਹੜੇ ਯੂਜ਼ ਕਰ ਸਕਦੇ ਹਾਂ ਅਸੀਂ, ਜਿਵੇਂ ਆਲ ਸਾਰਾ ਹੀ ਆ, ਫਿਊ ਥੋੜ੍ਹਾ ਜਿਹਾ, ਅ ਫਿਊ, ਮੈਨੀ, ਮੱਚ, ਲਿਟਲ, ਐਵਰੀ, ਈਚ, ਸਮ ਥੋੜ੍ਹਾ ਜਿਹਾ, ਐਨੀ, ਨਨ, ਹਾਊ ਮੱਚ, ਹਾਊ ਮੈਨੀ, ਹੈ ਨਾ, 1 2 3 4 ਵੀ ਯੂਜ਼ ਕਰ ਸਕਦੇ ਹਾਂ ਅਸੀਂ ਅਗਰ ਕੋਈ ਉੱਥੇ ਨੰਬਰ ਹੈਗਾ ਗਾ, ਹੈ ਨਾ। ਸੋ ਅੱਜ ਹੁਣ ਆਪਾਂ ਇਹਦੀਆਂ ਐਗਜ਼ਾਮਪਲਸ ਦੇਖ ਲੈਂਦੇ ਹਾਂ। ਸ਼ੀ ਰੀਡਸ ਆਲ ਦਾ ਬੁੱਕਸ, ਉਹਨੇ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਅ ਫਿਊ ਚਿਲਡਰਨ ਲਾਈਕ ਬੀਨਸ, ਥੋੜ੍ਹੇ ਜਿਹੇ ਬੱਚੇ ਨੇ ਜਿਹੜੇ ਬੀਨਸ ਲਾਈਕ ਕਰਦੇ ਨੇ, ਸੋ ਇਹ ਫਿਊ ਆ ਗਿਆ। ਮੈਨੀ ਕਿਟਨਸ, ਮੈਨੀ ਕਿਟਨਸ ਜਿਹੜੇ ਕਾਫੀ ਸਾਰੇ ਨੇ, ਹੈ ਨਾ, ਗਿਣੇ ਜਾ ਸਕਦੇ ਬਟ ਆਰ ਟਾਊਟ ਟੂ ਹੰਟ ਬਾਈ ਦੇਅਰ ਮਦਰਸ, ਉਹਨਾਂ ਦੀ ਮਦਰਸ ਦੁਆਰਾ ਉਹਨਾਂ ਨੂੰ ਸ਼ਿਕਾਰ ਕਰਨਾ ਸਿਖਾਇਆ ਜਾਂਦਾ। ਸ਼ੀ ਹੈਜ਼ ਮੱਚ ਵਰਕ ਟੂ ਡੂ, ਉਹਦੇ ਕੋਲ ਕਾਫੀ ਕੰਮ ਆ ਕਰਨ ਨੂੰ, ਮੱਚ ਕਿੰਨਾ ਕੁ ਇਹ ਨਹੀਂ ਪਰ ਕਾਫੀ ਹੈ। ਸੋ ਫਿਲਿਪਸ ਹੈਜ਼ ਲਿਟਲ ਟਾਈਮ ਫॉर ਹਿਸ ਫੈਮਿਲੀ, ਫਿਲਿਪਸ ਕੋਲ ਬਹੁਤ ਥੋੜ੍ਹਾ ਸਮਾਂ ਆਪਣੇ ਫੈਮਿਲੀ ਲਈ, ਕਿੰਨਾ ਥੋੜ੍ਹਾ ਉਹਨੂੰ ਮਾਪਿਆ ਨਹੀਂ ਜਾ ਸਕਦਾ, ਹੈ ਨਾ। ਸੋ ਇਹ ਅੱਗੇ ਗੱਲ ਆਊਗੀ ਹੁਣ। ਆਈ ਹੈਵ ਸਮ ਮਨੀ, ਮੇਰੇ ਕੋਲ ਥੋੜ੍ਹੇ ਜਿਹੇ ਪੈਸੇ ਨੇ। ਹੁਣ ਕਹਿੰਦੇ ਨੋਟ 'ਚ ਕੀ ਦਿੱਤਾ ਹੋਇਆ, ਕੁਝ ਰੂਲਸ ਨੇ ਇਹਦੇ ਨਾਲ ਰਿਲੇਟਡ ਜਿਹੜੇ ਅਸੀਂ ਧਿਆਨ ਦੇ ਵਿੱਚ ਰੱਖਣੇ ਨੇ ਬੇਟਾ। ਰੂਲਸ ਕੀ ਨੇ, ਕਹਿੰਦੇ ਸਮ ਆਫ ਦੈਮ ਕੈਨ ਵੀ ਯੂਜ਼ਡ ਓਨਲੀ ਵਿਦ ਕਾਊਂਟੇਬਲ ਨਾਊਨ, ਇਹਨਾਂ ਦੇ ਵਿੱਚੋਂ ਜਿਹੜੇ ਕੁਆਂਟੀਟੀਫਾਇਰਸ ਦੀ ਗੱਲ ਹੋਈ ਆ ਉਹ ਕੁਝ ਕੁ ਨੇ ਜਿਹੜੇ ਕਾਊਂਟੇਬਲ ਨਾਊਨ ਦੇ ਨਾਲ ਯੂਜ਼ ਹੁੰਦੇ ਨੇ। ਕਾਊਂਟੇਬਲ ਨਾਊਨ ਮੀਨਸ ਗਿਣਨਯੋਗ ਚੀਜ਼ਾਂ, ਹੈ ਨਾ। ਵਾਈਲ ਅਦਰ ਕੈਨ ਵੀ ਯੂਜ਼ਡ ਵਿਦ ਅਨਕਾਊਂਟੇਬਲ ਨਾਊਨ, ਬਾਕੀ ਦੇ ਨੇ ਜਿਹੜੇ ਅਨਕਾਊਂਟੇਬਲ ਨਾਊਨਸ ਦੇ ਨਾਲ ਯੂਜ਼ ਹੁੰਦੇ ਆ। ਅਨਕਾਊਂਟੇਬਲ ਜਿਹੜੇ ਚੀਜ਼ਾਂ ਨੂੰ ਅਸੀਂ ਗਿਣ ਨਹੀਂ ਸਕਦੇ, ਮਾਤਰਾ ਤਾਂ ਅਸੀਂ ਉਹਨਾਂ ਦੀ ਵੀ ਦੱਸਦੇ ਹਾਂ ਨਾ। ਸੋ ਹਾਊ ਐਵਰ ਸਮ ਕੁਆਂਟੀਟੀਫਾਇਰ ਕੈਨ ਵੀ ਯੂਜ਼ਡ ਵਿਦ ਆਈਦਰ ਆਫ ਦੈਮ। ਇੱਥੇ ਹੁਣ ਸਾਨੂੰ ਇੱਕ ਚਾਰਟ ਦਿੱਤਾ ਹੋਵੇ ਕਾਊਂਟੇਬਲ ਔਰ ਨਾਨ ਕਾਊਂਟੇਬਲ ਅਨਕਾਊਂਟੇਬਲ ਦਾ। ਲੈ ਦੇਖੋ ਹੁਣ ਕਾਊਂਟੇਬਲ ਦੇ ਵਿੱਚ ਕਿਹੜੇ ਕਿਹੜੇ ਯੂਜ਼ ਹੁੰਦੇ, ਨਨ ਕੋਈ ਨਹੀਂ ਹੈਗਾ, 1 2 3 4, ਮੈਨੀ, ਠੀਕ। ਉੱਧਰ ਜਦੋਂ ਚੀਜ਼ ਆ ਜਿਹੜੀ ਉਹ ਗਿਣਨਯੋਗ ਨਹੀਂ ਹੈਗੀ, ਜਿਹੜੀ 1 2 3 ਆਪਾਂ ਲਿਖਦੇ, ਉੱਥੇ ਸਿਰਫ ਅਸੀਂ ਨਨ ਹੀ ਯੂਜ਼ ਕਰਾਂਗੇ। ਇੱਧਰ ਅਸੀਂ ਮੈਨੀ ਕਹਾਂਗੇ, ਮੈਨੀ ਫਰੈਂਡਸ। ਜੇ ਕੋਈ ਚੀਜ਼ ਇੱਦਾਂ ਦੀ ਆ ਜਿਹੜੀ ਗਿਣੀ ਨਹੀਂ ਜਾ ਸਕਦੀ, ਫਿਰ ਉੱਥੇ ਅਸੀਂ ਮੱਚ ਯੂਜ਼ ਕਰਾਂਗੇ। ਜ਼ਿਆਦਾਤਰ ਇਹ ਨੈਗੇਟਿਵ ਉਹਦੇ ਵਿੱਚ ਯੂਜ਼ ਹੁੰਦਾ ਜਾਂ ਕੁਐਸਚਨ 'ਚ ਯੂਜ਼ ਹੁੰਦਾ, ਸੈਂਟੈਂਸ 'ਚ, ਠੀਕ ਹੈ, ਜਿੱਥੇ ਕੁਐਸਚਨ ਪੁੱਛਿਆ ਗਿਆ ਕੋਈ। ਉਸ ਤੋਂ ਬਾਅਦ ਆ ਗਿਆ ਆ ਗ੍ਰੇਟ ਨੰਬਰ, ਆ ਲਾਰਜ ਨੰਬਰ, ਠੀਕ ਆ। ਇੱਧਰ ਦੂਸਰੀ ਸਾਈਡ ਜਦੋਂ ਨਹੀਂ ਗਿਣਨਯੋਗ ਹੈਗਾ ਫਿਰ ਆ ਲਾਰਜ ਅਮਾਊਂਟ ਕਹਿ ਦਿੰਦੇ ਹਾਂ। ਜਦੋਂ ਥੋੜ੍ਹੀ ਜਿਹੀ ਚੀਜ਼ ਆ ਤਾਂ ਫਿਰ ਇੱਧਰ ਅਸੀਂ ਕਹਿੰਦੇ ਆ ਫਿਊ, ਗਿਣੀ ਜਾ ਸਕਦੇ ਨੇ, ਠੀਕ ਆ। ਫਿਊ ਫਰੈਂਡ, ਆ ਫਿਊ ਫਰੈਂਡ, ਉੱਧਰ ਗਿਣੇ ਨਹੀਂ ਜਾ ਸਕਦੀ ਚੀਜ਼, ਉਂਝ ਥੋੜ੍ਹੀ ਆ ਤਾਂ ਫਿਰ ਅ ਲਿਟਲ। ਦੇਖੋ ਗਿਣਨ ਵਾਲਿਆਂ 'ਚ ਫਿਊ, ਜਿਹੜੇ ਗਿਣੇ ਨਹੀਂ ਜਾ ਸਕਦੇ ਉਹਨਾਂ 'ਚ ਲਿਟਲ। ਅ ਫਿਊ, ਫਿਊ, ਠੀਕ। ਫਿਰ ਫਿਊਅਰ ਦੈਨ, ਉਧਰ ਅ ਲਿਟਲ, ਲਿਟਲ, ਲੈਸ ਦੈਨ। ਅ ਲੋਟ ਆਫ ਦੋਨੇ ਪਾਸੇ ਯੂਜ਼ ਹੁੰਦਾ, ਸਮ ਵੀ ਪੋਜ਼ੀਟਿਵ ਨੈਗੇਟਿਵ ਦੋਨਾਂ 'ਚ ਹੀ ਕਾਊਂਟ ਹੋ ਜਾਂਦਾ, ਐਨੀ ਵੀ। ਸੋ ਹੁਣ ਇਹ ਸਮਝ ਲਿਆ। ਲਓ ਜੀ ਹੁਣ ਆਪਾਂ ਫਿਰ ਕੀ ਕਰਨੀ ਹੈ, ਐਕਟੀਵਿਟੀ ਨੰਬਰ 9 ਬੇਟਾ। ਲੈ ਲਓ ਪੈਨਸਿਲ, ਨਾਲ ਹੁੰਦੇ ਲਾ ਲਓ ਟਿਕਸ ਤੁਸੀਂ, ਠੀਕ ਹੈ। ਲਓ ਜੀ ਹੁਣ ਪੈਨ ਮੈਂ ਵੀ ਲੈ ਲਵਾਂ। ਓਕੇ, ਦੇਅਰ ਆਰ ਓਨਲੀ ਡੈਸ਼ ਬਨਾਨਾਜ਼ ਲੈਫਟ ਇਨ ਦਾ ਬਾਕਸ। ਹੁਣ ਬਨਾਨਾਜ਼ ਗਿਣੇ ਜਾ ਸਕਦੇ ਨੇ ਨਾ, ਸੋ ਆ ਫਿਊ। ਲਿਟਲ ਕਿੱਥੇ ਆਉਂਦਾ, ਜਿਹੜੇ ਗਿਣੇ ਨਹੀਂ ਜਾ ਸਕਦੀ ਚੀਜ਼ਾਂ। ਵੀ ਨੀਡ ਡੈਸ਼ ਬਟਰ ਫॉर ਦਿਸ ਕੇਕ। ਹੁਣ ਬਟਰ ਦੀ ਗੱਲ ਹੋ ਰਹੀ ਹੈ, ਬਟਰ ਕਿਤੇ ਗਿਣਿਆ ਜਾ ਸਕਦਾ, ਨੋ, ਸੋ ਕੀ ਆਊ, ਅ ਲਿਟਲ। ਦੇਅਰ ਆਰ ਓਨਲੀ ਡੈਸ਼ ਡੇਜ਼ ਲੈਫਟ ਟੂ ਗਿਵ ਦਾ ਰਿਪੋਰਟ। ਹੁਣ ਡੇਜ਼ ਤਾਂ ਗਿਣੇ ਜਾ ਸਕਦੇ ਨੇ ਨਾ, ਫਿਰ ਸੋ ਕੀ ਆ ਗਿਆ, ਅ ਫਿਊ। ਲਓ ਜੀ ਹੁਣ ਨੈਕਸਟ ਵੱਲ ਚੱਲਦੇ ਹਾਂ ਆਪਾਂ। 4th ਵਨ ਆ ਗਿਆ, ਆਈ ਵਾਊਟ ਐਪਲਸ ਫਰੋਮ ਦਿਸ ਸ਼ੋਪ। ਐਪਲਸ ਗਿਣੇ ਜਾ ਸਕਦੇ ਆ ਨਾ, ਵੈਰੀ ਗੁੱਡ। ਸੋ ਫਿਰ ਕੀ ਹੋਣਾ, ਅ ਫਿਊ। ਨੈਕਸਟ 5th ਵਨ, ਡੈਸ਼ ਪੀਪਲ ਲਿਵ ਇਨ ਆਵਰ ਸਿਟੀ। ਹੁਣ ਪੀਪਲਸ ਲੋਕ ਨੇ, ਲੋਕ ਜਿੰਨੇ ਮਰਜ਼ੀ ਹੋਣ ਗਿਣੇ ਜਾ ਸਕਦੇ ਨੇ ਨਾ, ਸੋ ਮੈਨੀ ਵਾਲਾ ਆਊ। ਸੋ ਫਿਰ ਹਾਊ ਮੈਨੀ ਆ ਗਿਆ ਆਨਸਰ ਇਹਦਾ। ਡੈਸ਼ ਵਾਟਰ ਇਜ਼ ਦੇਅਰ ਇਨ ਦਾ ਸੀ। ਹੁਣ ਵਾਟਰ ਦੀ ਗੱਲ ਹੋ ਸਕਦੀ ਹੈ, ਵਾਟਰ ਅਸੀਂ ਥੋੜ੍ਹਾ ਬਹੁਤਾ ਕਹਿ ਸਕਦੇ ਹਾਂ ਪਰ ਗਿਣ ਨਹੀਂ ਸਕਦੇ ਬੇਟਾ, ਸੋ ਮੱਚ ਵਾਲਾ ਆਊਗਾ, ਹਾਊ ਮੱਚ। ਨੈਕਸਟ ਵਨ 7th, ਵੀ ਨੀਡ ਡੈਸ਼ ਬਨਾਨਾਸ। ਹੁਣ ਬਨਾਨਾ ਸਾਨੂੰ ਚਾਹੀਦੇ ਨੇ ਥੋੜ੍ਹੇ, ਸੋ ਸਮ ਅਸੀਂ ਯੂਜ਼ ਕਰਾਂਗੇ, ਐਨੀ ਨੈਗੇਟਿਵ ਫਾਰਮ 'ਚ ਯੂਜ਼ ਹੁੰਦਾ। ਸੋ 8th 'ਤੇ ਆ ਗਏ ਹੁਣ ਅਸੀਂ, ਪੈਨ ਫਿਰ ਲੈ ਲਈ ਅਸੀਂ। ਯੂ ਕਾਂਟ ਬਾਏ ਡੈਸ਼ ਔਰੇਂਜ ਇਨ ਦਿਸ ਸ਼ੋਪ। ਹੁਣ 8ਵੇਂ ਦੇ ਵਿੱਚ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਜਿੱਥੇ ਨੈਗੇਟਿਵ ਹੋਊ ਉੱਥੇ ਐਨੀ ਲੱਗਣਾ, ਸੋ ਇੱਥੇ ਐਨੀ ਆ। ਕੈਨ ਨਾਟ ਲੱਗਿਆ ਹੋਇਆ ਨਾ, ਦੇਖੋ ਨਾਟ ਆ ਨੈਗੇਟਿਵ ਆ, ਸੋ ਐਨੀ। ਦੇਅਰ ਇਜ਼ ਅ ਬੱਸ ਡੈਸ਼ ਟੂ ਆਰਸ। ਹੁਣ ਬੱਸ ਜਾਂਦੀ ਆ ਹਰ ਇੱਕ 2 ਘੰਟੇ ਬਾਅਦ, ਫਿਰ ਹਰ ਇੱਕ ਨੂੰ ਆਪਾਂ ਕਹਿੰਦੇ ਐਵਰੀ 2 ਆਰਸ, ਹੋ ਗਿਆ। ਓਕੇ, 10th ਵਨ, ਵੀ ਇੰਜੋਇਡ ਡੈਸ਼ ਮਿੰਟ ਆਫ ਆਵਰ ਹੌਲੀਡੇਜ਼। ਅਸੀਂ ਆਪਣੇ ਹੌਲੀਡੇਜ਼ ਦਾ ਹਰ ਮਿੰਟ ਇੰਜੋਏ ਕੀਤਾ, ਹਰ ਮਿੰਟ, ਸੋ ਫਿਰ ਈਚ,
हो गया। लो जी, ये तुहाडी हो गई एक्टिविटी नंबर 9। बेटा नोट डाउन कर लिया, टिक्स लगा लिया, वेरी गुड। हुण आगे पोसैसिव एडजैक्टिव्स। डियर स्टूडेंट्स, possessive adjectives are also part of determiners, a word that indicate the possession of the noun or the word that tell us who is the owner of the noun is known as possessive determiners or adjectives। ਇਹਦਾ ਮਤਲਬ ਕੀ ਆ, ਜਿਹੜੇ ਕਿਸੇ ਚੀਜ਼ ਦੇ ਅਧਿਕਾਰ ਦੱਸਦੇ ਆ ਵੀ ਇਹ ਕਿਤਾਬ ਕਿਸ ਦੀ ਹੈ ਨਾ, ਪੋਸੈਸ਼ਨ ਕਹਿੰਦੇ ਆ ਉਹਨੂੰ ਆਪਾਂ, ਉਹਨਾਂ ਨੂੰ ਕੀ ਕਹਿੰਦੇ ਆ ਅਸੀਂ ਪੋਸੈਸਿਵ ਐਡਜੈਕਟਿਵ ਵੀ ਕਹਿ ਸਕਦੇ ਹਾਂ ਔਰ ਡਿਟਰਮੀਨਰਸ ਵੀ ਕਹਿ ਸਕਦੇ ਹਾਂ। ਠੀਕ, ਇਹ ਕਿਹੜੇ ਕਿਹੜੇ ਹੋ ਸਕਦੇ ਨੇ, ਦੇਖੋ ਬੇਟਾ, ਮਾਈ, ਯੂਅਰ, ਹਿਜ਼, ਹਰ, ਇਟਸ, ਆਵਰ, ਦੇਅਰ, ਇੱਥੇ ਲਿਖਿਆ ਹੋਇਆ। ਸਿੰਪਲ ਵਰਡਸ ਦੇ ਵਿੱਚ ਕਹੀਏ ਜੇ, ਵੈਨ ਟਾਕਿੰਗ ਅਬਾਊਟ ਅ ਨਾਊਨ ਦੈਟ ਬਿਲੋਂਗ ਟੂ ਸਮਵਨ, ਜਦੋਂ ਅਸੀਂ ਅਜਿਹੇ ਕਿਸੇ ਨਾਊਨ ਬਾਰੇ ਗੱਲ ਕਰ ਰਹੇ ਹਾਂ ਜਿਹੜਾ ਕਿਸੇ ਨਾਲ ਸੰਬੰਧ ਰੱਖਦਾ, ਠੀਕ, ਉਹਦੀ ਓਨਰਸ਼ਿਪ ਆ ਉਹਦੇ 'ਤੇ, ਉਹਦੀ ਮਾਲਕ ਆ ਉਹ, ਇਹ ਮੇਰੀ ਕਿਤਾਬ ਆ, ਮੈਂ ਇਹਦੀ ਮਾਲਕ ਹਾਂ ਹੈ ਨਾ, ਮੈਂ ਖਰੀਦੀ ਆ, ਇਸ ਤਰੀਕੇ ਨਾਲ। ਸੋ ਹੁਣ ਇਹਨੂੰ ਵੀ ਇੱਕ ਟੇਬਲ ਦੇ ਜ਼ਰੀਏ ਸਮਝ ਲੈਂਦੇ ਹਾਂ। ਜਦੋਂ ਤਾਂ ਓਨਰ ਆ, ਆਈ, ਮੈਂ, ਜਦੋਂ ਪੋਸੈਸ਼ਨ ਦੀ ਗੱਲ ਕਰਨੀ ਆ ਅਸੀਂ ਹੈ ਨਾ, ਡਿਟਰਮੀਨਰ ਦੇ ਤੌਰ 'ਤੇ ਯੂਜ਼ ਕਰਨਾ, ਫਿਰ ਮਾਈ ਆਊਗਾ। ਯੂ ਦਾ ਕੀ ਆ ਜੂ, ਯੂਅਰ, ਹੀ ਆ, ਮੁੰਡੇ ਲਈ ਗੱਲ ਕਰਦੇ ਹਾਂ ਜਦੋਂ ਆਪਾਂ ਕਹਿੰਦੇ ਉਸ ਦਾ, ਫਿਰ ਆਜੂ ਹਿਜ਼, ਕੁੜੀ ਲਈ ਅਸੀਂ ਸ਼ੀ ਲਾਉਂਦੇ ਹਾਂ ਜਦੋਂ ਅਸੀਂ ਕਹਿੰਦੇ ਉਸ ਦੀ ਭੈਣ ਆ ਜਾਂ ਉਸ ਦੀ ਕਿਤਾਬ ਆ, ਫਿਰ ਆਜੂ ਹਰ। ਇਟ ਦਾ ਕੀ ਬਣ ਜਾਂਦਾ, ਇਟਸ, ਵੀ, ਅਸੀਂ, ਜਦੋਂ ਕਹਿੰਦੇ ਸਾਡਾ, ਫਿਰ ਹੋ ਗਿਆ ਆਵਰ। ਇਸ ਤਰੀਕੇ ਨਾਲ ਯੂ, ਤੁਸੀਂ, ਤੁਹਾਡਾ, ਯੂਅਰਸ, ਦੇ, ਉਹ, ਉਹਨਾਂ ਦਾ, ਫਿਰ ਦੇਅਰ ਆ ਜਾਊਗਾ। ਇਹ ਦੇਅਰ ਦੂਜੇ ਦੇਅਰ ਨੂੰ ਡਿਫਰੈਂਟ ਆ, ਸੋ ਇਹਦੇ ਸਪੈਲਿੰਗ ਧਿਆਨ ਨਾਲ ਦੇਖ ਲਿਓ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗ ਗਿਆ। ਲਓ ਜੀ, ਹੁਣ ਆਪਾਂ ਅੱਗੇ ਚੱਲਦੇ ਹਾਂ। We use possessives to specify the object we are talking about, like in the following examples। ਸਾਨੂੰ examples ਦੇ ਕੇ ਸਮਝਾਈਆਂ ਨੇ। Where is your mother? ਤੁਹਾਡੇ ਮਾਤਾ ਜੀ ਕਿੱਥੇ ਨੇ। ਹੁਣ ਕਿਸੇ ਦੀ ਹੋਰ ਮਾਤਾ ਬਾਰੇ ਨਹੀਂ ਗੱਲ ਹੋ ਰਹੀ, ਤੁਹਾਡੀ ਮਾਤਾ ਬਾਰੇ ਗੱਲ ਹੋ ਰਹੀ ਹੈ, ਠੀਕ ਹੈ। ਸੋ ਯੂਸ ਲੱਗਿਆ। The dog howled and showed its teeth। ਕੁੱਤਾ ਦਿਖਾ ਰਿਹਾ, ਕਹਿੰਦਾ ਉਹ ਗੁर्रा ਰਿਹਾ ਅਤੇ ਆਪਣੇ ਦੰਦ ਦਿਖਾ ਰਿਹਾ, ਠੀਕ ਆ। ਕੁੱਤੇ ਦੇ ਦੰਦ ਨੇ ਨਾ, ਆਪਦੇ ਦੰਦ ਦਿਖਾਉਂਦਾ। ਸੋ ਇਟਸ ਮਾਈ ਬੈਸਟ ਫਰੈਂਡਸ ਲਵਸ ਕੈਟ। ਕਿਹਦੀ ਗੱਲ ਹੋ ਰਹੀ ਹੈ, ਮੇਰੇ ਬੈਸਟ ਫਰੈਂਡ ਦੀ, ਤੁਹਾਡੇ ਦੀ ਨਹੀਂ ਜਾਂ ਕਿਸੇ ਹੋਰ ਦੀ ਨਹੀਂ। ਵਿਚ ਵਨ ਇਜ਼ ਹਿਜ਼ ਕਾਰ, ਕਿਹੜੀ ਕਾਰ ਉਸ ਦੀ ਆ, ਕਿਸੇ ਬੰਦੇ ਦੀ ਕਾਰ ਆਪਾਂ ਇਸ਼ਾਰਾ ਕਰਕੇ ਪੁੱਛ ਰਹੇ ਹਾਂ ਨਾ। ਸਪੀਕਿੰਗ ਦ ਟਰੁੱਥ ਇਜ਼ ਹਾਰ ਬੈਸਟ ਕੁਆਲਿਟੀ, ਠੀਕ। ਇਸੇ ਤਰੀਕੇ ਨਾਲ ਇਹ ਸਾਰੀਆਂ ਐਗਜ਼ਾਮਪਲਸ ਨੇ। ਹੁਣ ਆਪਾਂ ਚੱਲਦੇ ਹਾਂ ਐਕਟੀਵਿਟੀ ਵੱਲ। ਐਕਟੀਵਿਟੀ ਨੰਬਰ 10 ਕੀ ਆ, ਕੰਪਲੀਟ ਦਾ ਫੋਲੋਇੰਗ ਲੈਟਰ ਰਿਟਨ ਬਾਈ ਅਸ਼ੋਕ ਟੂ ਦੀਪਕ। ਇੱਕ ਲੈਟਰ ਆ ਸਾਡੇ ਕੋਲ ਜਿਹੜੀ ਅਸ਼ੋਕ ਨੇ ਦੀਪਕ ਨੂੰ ਲਿਖੀ ਆ, ਠੀਕ। ਉਹਦੇ ਵਿੱਚ ਬਲੈਂਕਸਾਂ ਛੱਡੀਆਂ ਹੋਈਆਂ ਨੇ। ਪੋਸੈਸਿਵ ਐਡਜੈਕਟਿਵ ਜਾਂ ਡਿਟਰਮੀਨਰਸ ਅਸੀਂ ਉੱਥੇ ਫਿਲ ਕਰਨੇ ਨੇ। ਇੱਕ ਤਾਂ ਇਹ ਵਾਲੀ ਆ ਬੇਟਾ, ਜਿਵੇਂ ਬੁੱਕ 'ਤੇ ਇਹਦੇ ਵਿੱਚ ਇੱਕ ਸੈਂਟੈਂਸ ਦਾ ਫਰਕ ਆ, ਇੱਕ ਡਿਪਾਰਟਮੈਂਟ ਵੱਲੋਂ ਆਈ ਹੋਈ ਆ, ਹੈ ਨਾ। ਸੋ ਥੋੜ੍ਹਾ ਜਿਹਾ ਬਾ ਲਿਟਲ ਬਿਟ ਹੈ ਨਾ, ਉਹਦੇ 'ਚ ਡਿਫਰੈਂਸ ਹੈ। ਸੋ ਆਪਾਂ ਪਹਿਲਾਂ ਤੁਹਾਨੂੰ ਇਹ ਵਾਲੀ ਪੜ੍ਹ ਕੇ ਸਮਝਾ ਦਿੰਦੇ ਹਾਂ, ਉੱਥੇ ਜਿਹੜਾ ਡਿਫਰੈਂਸ ਉਹ ਤੁਹਾਨੂੰ ਫਿਰ ਦੂਜੀ ਦੇ ਵਿੱਚ ਪਤਾ ਲੱਗ ਜੂ। ਡੈਸ਼ ਨੇਮ ਇਜ਼ ਅਸ਼ੋਕ। ਸੋ ਕਿਹਦੀ ਗੱਲ ਹੋ ਰਹੀ, ਮਾਈ ਨੇਮ ਇਜ਼ ਅਸ਼ੋਕ। ਸੋ ਫਸਟ ਦੇ ਵਿੱਚ ਤੁਸੀਂ ਕੀ ਭਰੋਗੇ ਬੇਟਾ, ਮਾਈ। ਨੈਕਸਟ ਆ, ਦਿਸ ਇਜ਼ ਡੈਸ਼ ਫਰੈਂਡ ਸਤੀਸ਼। ਮੇਰੀ ਆਪਦਾ ਨਾਮ ਦੱਸ ਰਿਹਾ, ਮੇਰਾ ਨਾਂ ਅਸ਼ੋਕ ਆ, ਮੇਰਾ ਫਰੈਂਡ ਆ। ਸੋ ਇੱਥੇ ਫਿਰ ਮਾਈ ਆਊ, ਫਸਟ 'ਚ ਵੀ ਮਾਈ, ਸੈਕਿੰਡ 'ਚ ਵੀ ਮਾਈ। ਹੀ ਇਜ਼ 13 years old। ਉਹ 13 ਸਾਲਾਂ ਦਾ। ਹੁਣ ਅੱਗੇ ਗੱਲ ਹੋ ਰਹੀ ਆ, ਸਿਸਟਰ ਇਜ਼ 9। ਉਹਦੀ ਭੈਣ। ਹੁਣ ਆਪਾਂ ਕਰਿਆ ਸੀ ਮੁੰਡੇ ਲਈ ਹੀ ਵਰਤਦੇ ਹਾਂ, ਜਦੋਂ ਉਸ ਦਾ ਕਹਿਣਾ ਜਾਂ ਉਸ ਦੀ ਕਹਿਣਾ ਤਾਂ ਫਿਰ ਹਿਜ਼ ਆ ਗਿਆ, ਹਿਜ਼। ਹੁਣ ਤੀਜੀ ਖਾਲੀ ਥਾਵਾਂ 'ਚ ਕੀ ਭਰਾਂਗੇ, ਹਿਜ਼, HIS, ਹਿਜ਼ ਸਿਸਟਰ ਇਜ਼ 9। ਅੱਗੇ ਦੇ ਹੈਵ ਗੋਟ ਅ ਪੈਟ। ਉਹਨਾਂ ਕੋਲ ਕੀ ਹੈ, ਇੱਕ ਪੈਟ, ਪਾਲਤੂ ਜਾਨਵਰ ਆ। ਡੈਸ਼ ਪੈਟ ਇਜ਼ ਅ ਡੋਗ। ਹੁਣ ਉਹਨਾਂ ਦਾ ਕੁੱਤਾ, ਉਹਨਾਂ ਦਾ ਜਿਹੜਾ ਪੈਟ ਆ ਪਾਲਤੂ ਆ, ਡੋਗ ਆ। ਉਹਨਾਂ ਦੀ ਕੀ ਦੱਸਿਆ ਸੀ ਹੁਣੇ ਅੰਗਰੇਜ਼ੀ, ਦੇਅਰ, THEIR, ਦੇਅਰ ਪੈਟ ਇਜ਼ ਅ ਡੋਗ। ਹੁਣ ਅੱਗੇ ਆ ਗਏ ਡੋਗ ਦੀ ਗੱਲ ਕਰਨ ਲੱਗੇ, ਨੇਮ ਇਜ਼ ਸੀਜ਼ਰ। ਹੁਣ ਆਪਾਂ ਕੁੱਤੇ ਲਈ ਕੀ ਵਰਤਿਆ ਸੀ, ਇਟਸ ਨੇਮ ਇਜ਼ ਸੀਜ਼ਰ, ITS, ਠੀਕ ਹੈ। ਅੱਗੇ ਆ ਗਿਆ, ਸਤੀਸ਼ ਐਂਡ ਆਈ ਗੋ ਟੂ ਦ ਸੇਮ ਸਕੂਲ। ਮੈਂ ਅਤੇ ਸਤੀਸ਼ ਦੋਨੋਂ ਇੱਕੋ ਸਕੂਲ ਵਿੱਚ ਜਾਂਦੇ ਹਾਂ। ਦੇਅਰ ਆਰ 600 ਬੋਇਜ਼ ਐਂਡ ਗਰਲਸ ਇਨ ਡੈਸ਼ ਸਕੂਲ। ਹੁਣ ਉਹ ਦੋਨੇ ਇੱਕੋ ਸਕੂਲ 'ਚ ਜਾਂਦੇ ਨੇ ਤਾਂ ਫਿਰ ਕੀ ਕਹਿਣਗੇ, ਸਾਡੇ ਸਕੂਲ ਵਿੱਚ। ਸਾਡੇ ਦੀ ਅੰਗਰੇਜ਼ੀ ਆ ਗਈ ਆਵਰ, OUR, ਠੀਕ ਹੈ, ਆਵਰ ਸਕੂਲ। ਅੱਗੇ ਆ ਗਿਆ, ਸਤੀਸ਼ ਕਲਾਸ ਟੀਚਰਸ ਨੇਮ ਇਜ਼ ਮਿਸਟਰ ਸ਼ਰਮਾ ਕਿ ਮਿਸਿਸ ਸ਼ਰਮਾ। ਜਿਹੜੀ ਸਤੀਸ਼ ਦੀ ਕਲਾਸ ਟੀਚਰ ਆ ਉਹਦਾ ਨਾਮ ਮਿਸਿਸ ਸ਼ਰਮਾ ਗਾ, ਠੀਕ ਹੈ। ਅੱਗੇ ਕੀ ਆ ਗਿਆ, ਸ਼ੀ ਹੈਜ਼ ਗੋਟ ਅ ਪੈਟ। ਉਹਨਾਂ ਨੇ ਵੀ ਇੱਕ ਪੈਟ ਲਿਆ ਗਾ,
2 ठीक है। उस तो बाद डैश पैट इज़ कैट। हुण उत्थे मिसिस शर्मा आया ना लेडी आ, सो इत्थे हुण पैट दे अगे की लगू हर, उन्हां दा कुत्ता, मतलब उन्हां दा पैट एक बिल्ली आ। हर पैट इज़ अ कैट। अवर क्लास टीचर इज़ मिस्टर गुप्ता। साडा क्लास टीचर कौन आ? मिस्टर गुप्ता। हुण वो की है बंदा। हुण अगे की गल हो गई, आई लाइक डैश लैसनस। आई हुण बंदे की गल हो रही है तो हिज आ जाऊगा। आई लाइक हिज लैसनस। ओके अगे ही हैज़ 3 डॉग्स। उन्होंने कोले 3 कुत्ते ने। द डॉग लव्स टू प्ले इन किहदी गल उन्होंने कोले 3 कुत्ते ने, उन्होंने गार्डन च ही खेडते हैं, तो फिर हिज गार्डन। गार्डन के मूहरे भी हिज लगना बेटा HIS। ओके अगे नाउ आई हैव अ क्वेश्चन फॉर यू। हुण मेरे लिए तो मेरे कोल तुहाडे लिए एक क्वेश्चन आ। वट इज़ डैश पैट। तुहाडा पैट किहड़ा? तुहाडे दी अंग्रेजी की आऊगी हुण यूअर्स। फिर की आऊगा यूअर, यूअर YOUR। सो यूअर स्ट्रोक लैटर हो गई खत्म। समझ लग गई। हुण देखो तुसीं ये वाली आ, ये जिहड़ी डिपार्टमेंट वालों स्लाइड आई सी, इहदे विच एक सेंटेंस गायब आ, बाकी तुहानूं सारा सेम मिल जूगा आंसर्स ठीक है दिते हुए ने। उत्थे उन्होंने गर्ल्स बॉयज़ लिखिया होया देयर आर 600। ये वाली लाइन आ जी, देयर आर 600 बॉयज़ एंड गर्ल्स इन आवर स्कूल। सीधा ही फिर उदू बाद उन्होंने तीस क्लास टीचर्स नेम इज़ मिस्टर गुप्ता। गुप्ते ते आ गए मिसिस शर्मा वाली लाइन सी जिहड़ी घट ती, सो इत्थे हिज आऊगा। फिर वो हर असी जिहड़ा यूज़ कीता सी हर पैट इज़ कैट, वो वाली लाइन इत्थों मिसिंग है बेटा, वो लाइन इत्थे नहीं हैगी। इत्थे 9 ब्लैंक्स बनदियां ने, वो जिहड़ा अगर तुसीं पिछले वाला देखो तो उहदे विच 10 बनदियां ने, ते इस 10 दे विच ये वाली दा फर्क है जिथे आ वाला लिखा इत्थे, इत्थे तुसीं की लाउणा हर। हुण मैं इत्थे लिखदी हां HER हर, बाकी सारा सेम आ बेटा ठीक आ। ये जे ये आ जांदी है तो फिर थोड़े 10 बननियां ने, सो गड़बड़ नहीं करनी। अगर इदां आउंदा वो लाइन मिसिंग आ तो फिर हिज आऊगा सीधा उत्थे फिर अगला ठीक है। सो ये होगी तुहाडी एक्टिविटी नंबर 10। सो ये नाल ही साडी जिहड़ी ये डिटरमिनर्स दी सी सारी डिटेल असी पढ़ ली, तो हुण असी एक क्विक लिक देख लीए तो करिए वीडियो नूं समाप्त। एक बार फिर तो कहते देखो नोट करो किहड़ियां चीज़ां नोट करन वालियां सी। डिटरमिनर्स ऑलवेज कम फर्स्ट इन द नाउन फ्रेज। नाउन तो पहला आउंदे ने हमेशा डिटरमिनर। सैकेंड डिटरमिनर्स आर मस्ट विद सिंगूलर नाउन। डिटरमिनर्स ने जिहड़े हमेशा सिंगूलर नाउन दे नाल लगदे ने। टू स्पीक अबाउट जनरल सिंगूलर नाउन, ਜਦੋਂ ਅਸੀਂ ਜਨਰਲ ਸਿੰਗੂਲਰ ਨਾउन ਬਾਰੇ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਆਰਟੀਕਲ ਕਿਹੜਾ ਯੂਜ਼ ਕਰਾਂਗੇ ਏ ਔਰ ਐਨ। ਜਦੋਂ ਅਸੀਂ ਸਪੈਸੀਫਿਕ ਦੀ ਗੱਲ ਕਰਾਂਗੇ ਠੀਕ ਆ ਤਾਂ ਫਿਰ ਕੀ ਕਰਾਂਗੇ ਅਸੀਂ ਦਾ ਯੂਜ਼ ਕਰਾਂਗੇ। ਜੇ ਪਲੂਰਲ ਉਹਨਾਂ ਨੇ ਕੀਤੀ ਹੈ ਚੌਥਾ ਪੁਆਇੰਟ ਦੇਖੋ ਟੂ ਸਪੀਕ ਅਬਾਊਟ ਅ ਜਨਰਲ ਪਲੂਰਲ ਨਾउन ਡੂ ਨਾਟ ਯੂਜ਼ ਅ ਡਿਟਰਮੀਨਰ। ਜਦੋਂ ਸਿੰਗੂਲਰ 'ਚ ਹੁੰਦਾ ਜਦ ਪਲੂਰਲ ਦੀ ਗੱਲ ਹੁੰਦੀ ਹੈ ਬਹੁਤਿਆਂ ਦੀ ਗੱਲ ਹੁੰਦੀ ਉੱਥੇ ਡਿਟਰਮੀਨਰ ਨਹੀਂ ਯੂਜ਼ ਹੁੰਦਾ। ਸੋ ਇਹ ਸੀ ਬੇਟਾ ਤੁਹਾਡੀ एक रिकैप या डिटरमिनर का सारा वीडियो काफ़ी सारिया ये एक्टिविटीज़ कर लिया, लंबी जरूर हो गई बट एक्टिविटीज़ भी वध हो गई। इन्होंने जे तोड़ के थोड़े थोड़े च करते फिर भी उन्ना ही जाना सी। सो बाय बाय, इन्हों नोट डाउन कर लो। थैंक्स फॉर वॉचिंग। मिलते हैं आप नैक्सट वीडियो च नैक्सट एक्टिविटी ना। बाय बाय।